ਮੇਰਾ ਨਾਂ ਹਰਲੀਨ ਹੈ। ਮੇਰਾ ਸੰਬੰਧ ਇੱਕ ਪਿੰਡ ਨਾਲ ਹੈ, ਪਰ ਮੇਰੇ ਦਾਦਾ ਜੀ ਲੁਧਿਆਣਾ ਸ਼ਿਫਟ ਹੋ ਗਏ ਤਾਂ ਉੱਥੋਂ ਦੇ ਹੀ ਹੋ ਕੇ ਰਹਿ ਗਏ। ਮੇਰਾ ਪਾਲਣ ਪੋਸ਼ਣ ਉੱਥੇ ਹੀ ਹੋਇਆ ਹੈ। ਮੈਂ ਬੀਟੈਕ ਕੀਤੀ ਹੈ। ਪੜ੍ਹਾਈ ਦੇ ਵਿੱਚ ਹੀ ਮੈਨੂੰ ਜਸ਼ਨ ਨਾਮ ਦੇ ਲੜਕੇ ਨਾਲ ਪਿਆਰ ਹੋ ਗਿਆ। ਜਸ਼ਨ ਨੇ ਵੀ ਮੇਰੇ ਵਿੱਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ। ਜਸ਼ਨ ਦੇ ਕਹਿਣ ਤੇ ਹੀ ਮੈਂ ਆਪਣੇ ਘਰ ਗੱਲ ਕੀਤੀ। ਗੱਲ ਸੁਣ ਕੇ ਮੇਰੇ ਦੋਵੇਂ ਭਰਾ ਬਹੁਤ ਗੁੱਸਾ ਹੋਏ, ਪਰ ਮੇਰੀ ਮੰਮੀ ਅਤੇ ਪਾਪਾ ਨੇ ਘਰ ਦੀ ਹਾਲਤ ਦੇਖ ਕੇ ਆਪਣਾ ਗੁੱਸਾ ਧੀਮਾ ਰੱਖਿਆ ਅਤੇ ਹਾਂ ਨਾ ਵਿੱਚ ਜਵਾਬ ਦੇਣ ਦੀ ਬਜਾਏ ਕੁਝ ਦਿਨਾਂ ਦਾ ਸਮਾਂ ਮੰਗਿਆ ਤਾਂ ਕਿ ਉਹ ਮੁੰਡੇ ਬਾਰੇ ਛਾਣਬੀਣ ਕਰ ਸਕਣ। ਇਸੇ ਵਿੱਚ ਮੇਰੇ ਭਰਾਵਾਂ ਨੇ ਮੇਰੇ ਨਾਲ ਗੱਲ ਕਰਨੀ ਬਿਲਕੁਲ ਬੰਦ ਕਰ ਦਿੱਤੀ। ਨਾ ਮੇਰੇ ਭਰਾ ਮੇਰੇ ਲਈ ਕੋਈ ਚੀਜ਼ ਲੈ ਕੇ ਆਉਂਦੇ, ਨਾ ਹੀ ਮੇਰੇ ਘਰ ਆਉਣ ਤੇ ਕਿਸੇ ਤਰ੍ਹਾਂ ਦੀ ਖੁਸ਼ੀ ਦਾ ਇਜ਼ਹਾਰ ਕਰਦੇ। ਸਗੋਂ ਮੈਨੂੰ ਦੇਖ ਕੇ ਮੇਰੇ ਦੋਵੇਂ ਭਰਾ ਕਮਰੇ ਤੋਂ ਉੱਠ ਕੇ ਬਾਹਰ ਚਲੇ ਜਾਂਦੇ। ਜੇ ਮੈਂ ਬਾਹਰ ਆ ਜਾਂਦੀ ਤਾਂ ਉਹ ਉੱਠ ਕੇ ਅੰਦਰ ਚਲੇ ਜਾਂਦੇ। ਮੈਂ ਆਪਣੇ ਦੋਵੇਂ ਭਰਾਵਾਂ ਦੀ ਬਹੁਤ ਲਾਡਲੀ ਭੈਣ ਸੀ। ਮੇਰਾ ਵੱਡਾ ਭਰਾ ਵਿਆਹੁਤਾ ਸੀ। ਮੇਰੇ ਵੱਡੇ ਭਰਾ ਨੇ ਜ਼ਿੰਦਗੀ ਵਿੱਚ ਸਿਰਫ ਅੱਜ ਤੱਕ ਇੱਕ ਵਾਰ ਆਪਣੀ ਪਤਨੀ ਤੇ ਹੱਥ ਚੁੱਕਿਆ ਸੀ ਅਤੇ ਉਸ ਦਾ ਕਾਰਨ ਵੀ ਮੈਂ ਹੀ ਸੀ। ਮੈਨੂੰ ਯਾਦ ਹੈ ਕਿ ਮੈਂ ਇੱਕ ਵਾਰ ਗਰਮ ਦੁੱਧ ਕੌਲੀ ਵਿੱਚ ਪਾ ਕੇ ਪੀ ਰਹੀ ਸੀ ਅਤੇ ਮੇਰੇ ਕੋਲ ਮੇਰੀ ਭਤੀਜੀ, ਜੋ ਕਿ ਉਸ ਸਮੇਂ 2 ਸਾਲ ਦੀ ਸੀ, ਮੇਰੇ ਕੋਲ ਹੀ ਖੇਡ ਰਹੀ ਸੀ। ਮੈਂ ਗਿਲਾਸ ਵਿੱਚੋਂ ਗਰਮ ਦੁੱਧ ਕੌਲੀ ਵਿੱਚ ਪਾਇਆ ਅਤੇ ਪਾਉਂਦੀ ਹੀ ਰਹੀ। ਕਿਨਾਰਿਆਂ ਤੱਕ ਭਰ ਜਾਣ ਕਰਕੇ ਦੁੱਧ ਨੀਚੇ ਮੇਰੀ ਭਤੀਜੀ ਤੇ ਗਿਰ ਗਿਆ। ਦੁੱਧ ਕਿਉਂਕਿ ਬਹੁਤ ਜ਼ਿਆਦਾ ਗਰਮ ਸੀ ਅਤੇ ਮੇਰੀ ਮਾਸੂਮ ਭਤੀਜੀ ਦੀ ਚਮੜੀ ਬਹੁਤ ਨਰਮ ਸੀ। ਗਰਮ ਦੁੱਧ ਗਿਰਨ ਕਰਕੇ ਮੇਰੀ ਭਤੀਜੀ ਦੀ ਚਮੜੀ ਜਲ ਗਈ। ਬੱਚੀ ਦੇ ਜ਼ੋਰ-ਜ਼ੋਰ ਨਾਲ ਰੋਣ ਕਰਕੇ ਮੈਂ ਬੜੇ ਧਿਆਨ ਨਾਲ ਉਸਨੂੰ ਚੁੱਕਿਆ ਤਾਂ ਉਸਦੀ ਚਮੜੀ ਤੇ ਮੇਰੇ ਹੱਥ ਦਾ ਦਬਾਅ ਪੈਣ ਕਾਰਨ ਮਾਂਸ ਛਿੱਲਿਆ ਗਿਆ। ਤਾਂ ਮੇਰੀ ਭਾਬੀ ਨੇ ਗੁੱਸੇ ਨਾਲ ਮੈਨੂੰ ਕਿਹਾ, "ਤੂੰ ਤਾਂ ਸਿਆਣੀ ਹੈ, ਤੈਨੂੰ ਤਾਂ ਪਤਾ ਹੋਣਾ ਚਾਹੀਦਾ ਸੀ, ਨੀਚੇ ਛੋਟੀ ਬੱਚੀ ਬੈਠੀ ਹੈ।" ਭਾਬੀ ਦੇ ਇੰਨਾ ਕਹਿਣ ਤੇ ਮੈਂ ਉੱਠ ਕੇ ਅੰਦਰ ਚਲੀ ਗਈ ਅਤੇ ਰੋਣ ਲੱਗੀ। ਮੇਰੇ ਭਰਾਵਾਂ ਦੀ ਆਦਤ ਹੈ, ਜਦੋਂ ਵੀ ਬਾਹਰ ਤੋਂ ਘਰ ਆਉਂਦੇ ਹਨ, ਸਿੱਧਾ ਮੇਰੇ ਕਮਰੇ ਵਿੱਚ ਆਉਂਦੇ ਹਨ ਅਤੇ ਮੈਨੂੰ ਨਾਲ ਲੈ ਕੇ ਮਾਂ ਕੋਲ ਚਲੇ ਜਾਂਦੇ। ਅੱਜ ਜਦੋਂ ਮੇਰਾ ਵੱਡਾ ਭਰਾ ਕੰਮ ਤੋਂ ਆਇਆ ਤਾਂ ਮੇਰੇ ਕਮਰੇ ਵਿੱਚ ਆ ਕੇ ਦੇਖਿਆ ਮੈਂ ਬੈਠੀ ਰੋ ਰਹੀ ਸੀ। ਮੇਰੇ ਭਰਾ ਨੇ ਮੈਨੂੰ ਰੋਣ ਦਾ ਕਾਰਨ ਪੁੱਛਿਆ। ਮੈਂ ਦੱਸਿਆ ਭਾਬੀ ਨੇ ਝਿੜਕਿਆ ਹੈ। ਮੇਰੇ ਭਰਾ ਨੇ ਦੂਜਾ ਸਵਾਲ ਨਹੀਂ ਪੁੱਛਿਆ। ਮੇਰਾ ਹੱਥ ਫੜ ਕੇ ਸਿੱਧਾ ਭਾਬੀ ਦੇ ਕਮਰੇ ਵਿੱਚ ਲੈ ਗਿਆ ਅਤੇ ਭਾਬੀ ਨੂੰ ਜ਼ੋਰਦਾਰ ਥੱਪੜ ਮਾਰਨ ਤੋਂ ਬਾਅਦ ਭਾਬੀ ਤੋਂ ਮੇਰੀ ਗਲਤੀ ਪੁੱਛੀ ਤਾਂ ਭਾਬੀ ਨੇ ਦੱਸਿਆ, "ਇਸਨੇ ਬੱਚੀ ਤੇ ਗਰਮ ਦੁੱਧ ਡੋਲ ਦਿੱਤਾ ਹੈ।" ਮੈਂ ਮਾਂ ਸੀ, ਮੇਰੇ ਤੋਂ ਸਹਿਣ ਨਹੀਂ ਹੋਇਆ ਤਾਂ ਮੈਂ ਇਸ ਨੂੰ ਝਿੜਕ ਦਿੱਤਾ। ਫਿਰ ਭਾਬੀ ਨੇ ਮੇਰੇ ਭਰਾ ਦੇ ਕਹਿਣ ਤੇ ਮੇਰੇ ਤੋਂ ਮਾਫ਼ੀ ਮੰਗੀ ਅਤੇ ਮੇਰੇ ਸਾਹਮਣੇ ਮੇਰੇ ਭਰਾ ਨੇ ਭਾਬੀ ਨੂੰ ਕਿਹਾ, "ਅੱਗੇ ਤੋਂ ਧਿਆਨ ਰੱਖੀਂ, ਮੇਰੀ ਭੈਣ ਦੇ ਹੱਥੋਂ ਭਾਵੇਂ ਮੇਰੀ ਔਲਾਦ ਜਲ ਕੇ ਮਰ ਵੀ ਜਾਵੇ ਤਾਂ ਵੀ ਤੂੰ ਮੇਰੀ ਭੈਣ ਨੂੰ ਗੁੱਸੇ ਵਿੱਚ ਨਹੀਂ ਬੋਲੇਂਗੀ।" ਉਹ ਦਿਨ ਅਤੇ ਅੱਜ ਦਾ ਦਿਨ ਮੇਰੀ ਭਾਬੀ ਦੀ ਆਵਾਜ਼ ਮੇਰੇ ਸਾਹਮਣੇ ਉੱਚੀ ਨਹੀਂ ਹੋਈ। ਖੈਰ, ਸਮਾਂ ਗੁਜ਼ਰਦਾ ਗਿਆ, ਮੈਂ ਵੀ ਆਪਣੇ ਭਰਾਵਾਂ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸੇ ਦੌਰਾਨ ਮੇਰੀ ਮਾਂ ਨੇ ਮੈਨੂੰ ਆਪਣੇ ਫੈਸਲੇ ਤੋਂ ਪਿੱਛੇ ਹਟ ਜਾਣ ਲਈ ਕਿਹਾ, ਪਰ ਮੈਂ ਆਪਣੀ ਜਿੱਦ ਤੇ ਅਟਲ ਰਹੀ। ਆਖਿਰਕਾਰ 2 ਮਹੀਨੇ ਦੀ ਛਾਣਬੀਣ ਤੋਂ ਬਾਅਦ ਮੇਰੇ ਪਾਪਾ ਨੇ ਜਸ਼ਨ ਨੂੰ ਇਹ ਕਹਿੰਦੇ ਹੋਏ ਰਿਜੈਕਟ ਕਰ ਦਿੱਤਾ ਕਿ ਜਸ਼ਨ ਨਾ ਸਿਰਫ ਛੋਟੇ-ਮੋਟੇ ਜੁਰਮ ਦੇ ਕੰਮਾਂ ਦਾ ਆਦੀ ਹੈ, ਬਲਕਿ ਦੂਜੇ ਪਾਸੇ ਨਸ਼ੇ ਵੀ ਵੇਚਦਾ ਹੈ। ਉਸਦੇ ਭਰਾ ਅਤੇ ਬਾਪ ਵੀ ਚੰਗੇ ਚਰਿੱਤਰ ਦੇ ਲੋਕ ਨਹੀਂ ਹਨ। ਉਹਨਾਂ ਵਿੱਚ ਨਾ ਇਨਸਾਨੀਅਤ ਹੈ, ਨਾ ਹੀ ਉਹਨਾਂ ਦੇ ਨੇੜੇ ਵਾਲੇ ਲੋਕ ਸੁਰੱਖਿਅਤ ਹਨ, ਨਾ ਹੀ ਜਾਨਵਰ। ਅਤੇ ਉਹਨਾਂ ਦੇ ਜ਼ੁਲਮ ਦੀ ਮਿਸਾਲ ਦਿੰਦੇ ਹੋਏ ਪਾਪਾ ਨੇ ਦੱਸਿਆ ਕਿ ਅੱਜ ਮੈਂ ਉਹਨਾਂ ਨੂੰ ਮਿਲਣ ਉਹਨਾਂ ਦੇ ਪਿੰਡ ਗਿਆ ਸੀ ਤਾਂ ਦੇਖਿਆ ਕਿ ਕੁਝ ਲੋਕ ਇੱਕ ਗਧੇ ਨੂੰ ਦਰਖਤ ਨਾਲ ਬੰਨ੍ਹ ਕੇ ਉਸ ਉੱਤੇ ਤੇਲ ਛਿੜਕ ਰਹੇ ਸਨ। ਮੇਰੇ ਪੁੱਛਣ ਤੇ ਲੋਕਾਂ ਨੇ ਦੱਸਦੇ ਹੋਏ ਕਿਹਾ ਕਿ ਇਸ ਗਧੇ ਨੇ ਜਸ਼ਨ ਉਹਨਾਂ ਦੇ ਖੇਤਾਂ ਦਾ ਬਹੁਤ ਨੁਕਸਾਨ ਕੀਤਾ ਹੈ ਅਤੇ ਮੇਰੇ ਮਨ੍ਹਾ ਕਰਨ ਦੇ ਬਾਵਜੂਦ ਵੀ ਉਹਨਾਂ ਲੋਕਾਂ ਨੇ ਇਹ ਕਹਿੰਦੇ ਹੋਏ ਗਧੇ ਨੂੰ ਜਲਾ ਦਿੱਤਾ ਕਿ ਜੇਕਰ ਅਸੀਂ ਗਧੇ ਨੂੰ ਨਹੀਂ ਜਲਾਵਾਂਗੇ ਤਾਂ ਸਾਡਾ ਮਾਲਕ ਸਾਨੂੰ ਜਲਾ ਦੇਵੇਗਾ। ਮੈਨੂੰ ਪਾਪਾ ਦੀਆਂ ਗੱਲਾਂ ਤੇ ਯਕੀਨ ਨਾ ਹੋਇਆ। ਮੈਨੂੰ ਲੱਗਿਆ ਮੇਰੇ ਪਾਪਾ ਸਿਰਫ ਮੇਰੇ ਤੋਂ ਮੇਰਾ ਪਿਆਰ ਖੋਹਣਾ ਚਾਹੁੰਦੇ ਹਨ। ਮੇਰੇ ਦਿਲ ਵਿੱਚ ਖਿਆਲ ਆਇਆ ਕਿ ਇਹ ਲੋਕ ਆਪਣੀ ਇੱਜ਼ਤ ਬਚਾਉਣ ਵਾਸਤੇ ਮੇਰੇ ਪਿਆਰ ਦੀ ਕੁਰਬਾਨੀ ਦੇਣਾ ਚਾਹੁੰਦੇ ਹਨ ਤਾਂ ਕਿ ਆਉਣ ਵਾਲੀਆਂ ਨਸਲਾਂ ਵਿੱਚ ਕੋਈ ਵੀ ਕੁੜੀ ਲਵ ਮੈਰਿਜ ਦੇ ਸੁਪਨੇ ਨਾ ਦੇਖ ਸਕੇ। ਮੈਂ ਪਾਪਾ ਦੀ ਮਰਜ਼ੀ ਤੋਂ ਬਿਨਾਂ ਰਾਤੋਂ ਰਾਤ ਲੁਕ ਛਿਪ ਕੇ ਜਸ਼ਨ ਨਾਲ ਭੱਜ ਗਈ। ਜਸ਼ਨ ਮੈਨੂੰ ਲੈ ਕੇ ਚੰਡੀਗੜ੍ਹ ਵਿੱਚ ਆਪਣੇ ਕਿਸੇ ਦੋਸਤ ਕੋਲ ਚਲਾ ਗਿਆ। ਜਸ਼ਨ ਨੇ ਮੇਰੇ ਨਾਲ ਕੋਰਟ ਮੈਰਿਜ ਕਰ ਲਿੱਤੀ। ਪਰ ਹੈਰਾਨੀ ਦੀ ਗੱਲ ਸੀ ਕਿ ਜਸ਼ਨ ਨੇ ਮੈਨੂੰ ਕਿਹਾ ਸੀ ਕਿ ਲੋਕਾਂ ਨੂੰ ਇਹ ਨਾ ਦੱਸੀਂ ਕਿ ਤੂੰ ਘਰ ਤੋਂ ਭੱਜ ਕੇ ਆਈ ਹੈ ਅਤੇ ਇੱਥੇ ਲੁਕ ਕੇ ਰਹਿ ਰਹੀ ਹੈ। ਬਸ ਇਹੀ ਦੱਸੀਂ ਕਿ ਤੂੰ ਹਰਿਆਣੇ ਤੋਂ ਆਈ ਹੈ ਅਤੇ ਇੱਥੇ ਆਪਣੀ ਪਤੀ ਦੇ ਨਾਲ ਮਿਹਨਤ ਮਜ਼ਦੂਰੀ ਕਰਨ ਆਈ ਹੈ। ਇਸ ਤੋਂ ਇਲਾਵਾ ਜਸ਼ਨ ਨੇ ਮੈਨੂੰ ਆਪਣੇ ਦੋਸਤ ਦੇ ਘਰ ਨੌਕਰਾਣੀ ਬਣ ਕੇ ਕੰਮ ਕਰਨ ਲਈ ਵੀ ਕਿਹਾ।
ਮੇਰੇ ਮਨਾ ਕਰਨ ਤੇ ਉਸਨੇ ਕਿਹਾ, ਕੀ ਤੂੰ ਚਾਹੁੰਦੀ ਹੈ ਤੇਰਾ ਪਿਆਰ ਤੇਰੇ ਤੋਂ ਦੂਰ ਹੋ ਜਾਵੇ? ਜੇਕਰ ਨਹੀਂ ਤਾਂ ਫਿਰ ਕੰਮ ਕਰ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਮੈਂ ਤੇ ਜਸ਼ਨ ਉੱਥੇ 2 ਸਾਲ ਰਹੇ। ਉਸ ਦੌਰਾਨ ਜਸ਼ਨ ਆਪਣੇ ਪਿੰਡ ਆਉਂਦਾ ਜਾਂਦਾ ਰਿਹਾ, ਜਦੋਂ ਕਿ ਮੈਂ ਉੱਥੇ ਚੰਡੀਗੜ੍ਹ ਵਿੱਚ ਹੀ ਰਹੀ। 2 ਸਾਲ ਬਾਅਦ ਮੈਂ ਪ੍ਰੈਗਨੈਂਟ ਹੋ ਗਈ। ਇੱਕ ਵਾਰ ਜਸ਼ਨ ਨੇ ਅਚਾਨਕ ਆਪਣੇ ਪਿੰਡ ਜਾਣ ਦਾ ਫੈਸਲਾ ਕੀਤਾ ਅਤੇ ਮੇਰੇ ਜਿੱਦ ਕਰਨ ਤੇ ਮੈਨੂੰ ਵੀ ਨਾਲ ਲੈ ਆਇਆ। ਪਿੰਡ ਵਿੱਚ ਆਉਂਦੇ ਹੀ ਮੈਨੂੰ ਪਤਾ ਚੱਲਿਆ ਕਿ ਮੇਰੇ ਮਾਤਾ-ਪਿਤਾ ਅਤੇ ਭਰਾ ਮੇਰਾ ਇਹ ਘਟੀਆ ਕਦਮ ਚੁੱਕਣ ਤੋਂ ਬਾਅਦ ਇਹ ਸ਼ਹਿਰ ਛੱਡ ਕੇ ਜਲੰਧਰ ਚਲੇ ਗਏ। ਮੈਂ ਜਸ਼ਨ ਦੇ ਨਾਲ ਰਹਿਣ ਲੱਗੀ, ਪਰ ਜਸ਼ਨ ਨੇ ਮੈਨੂੰ ਆਪਣੇ ਘਰ ਵਾਲਿਆਂ ਤੋਂ ਅਲੱਗ ਰੱਖਿਆ ਕਿਉਂਕਿ ਉਸਨੇ ਆਪਣੇ ਘਰ ਵਾਲਿਆਂ ਨੂੰ ਸਾਡੇ ਵਿਆਹ ਬਾਰੇ ਨਹੀਂ ਦੱਸਿਆ ਸੀ। ਮੈਨੂੰ ਜਸ਼ਨ ਦੀ ਇਸ ਗੱਲ ਤੇ ਹੈਰਾਨੀ ਹੋਈ, ਪਰ ਮੈਂ ਇਹ ਸੋਚ ਕੇ ਚੁੱਪ ਰਹੀ ਕਿ ਇਸ ਵਿੱਚ ਵੀ ਕੋਈ ਕਾਰਨ ਹੋਵੇਗਾ। ਇੱਕ ਵਾਰ ਮੇਰੀ ਤਬੀਅਤ ਖਰਾਬ ਹੋ ਗਈ ਤਾਂ ਜਸ਼ਨ ਮੈਨੂੰ ਹਸਪਤਾਲ ਲੈ ਗਿਆ। ਦਵਾਈ ਦੇ ਨਾਲ-ਨਾਲ ਜਸ਼ਨ ਨੇ ਮੇਰਾ ਅਲਟਰਾਸਾਊਂਡ ਵੀ ਕਰਵਾਇਆ, ਜਿਸ ਤੋਂ ਪਤਾ ਲੱਗਿਆ ਕਿ ਮੇਰੀ ਕੋਖ ਵਿੱਚ ਪਲ ਰਿਹਾ ਬੱਚਾ ਲੜਕੀ ਹੈ। ਜਸ਼ਨ ਨੇ ਮੈਨੂੰ ਅਬੋਰਸ਼ਨ ਕਰਵਾਉਣ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੇਰੇ ਪੁੱਛਣ ਤੇ ਉਸਨੇ ਦੱਸਿਆ ਕਿ ਮੈਂ ਨਹੀਂ ਚਾਹੁੰਦਾ ਕੱਲ੍ਹ ਨੂੰ ਮੇਰੀ ਧੀ ਵੀ ਘਰ ਤੋਂ ਭੱਜ ਕੇ ਲੋਕਾਂ ਦੇ ਸਵਾਦ ਦਾ ਸਮਾਨ ਬਣੇ। ਜਸ਼ਨ ਦੇ ਮੂੰਹ ਤੋਂ ਇੰਨੇ ਘਟੀਆ ਇਲਜ਼ਾਮ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਪਰ ਫਿਰ ਵੀ ਮੈਂ ਅਬੋਰਸ਼ਨ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਿਵੇਂ-ਜਿਵੇਂ ਮੇਰੇ ਤੇ ਜਸ਼ਨ ਦੇ ਸਬੰਧ ਪੁਰਾਣੇ ਹੋਣ ਲੱਗੇ, ਜਸ਼ਨ ਦੇ ਜ਼ੁਲਮ ਖੁੱਲ੍ਹ ਕੇ ਮੇਰੇ ਸਾਹਮਣੇ ਆਉਣ ਲੱਗੇ। ਜਸ਼ਨ ਸੱਚਮੁੱਚ ਹੀ ਨਾਜਾਇਜ਼ ਕੰਮਾਂ ਵਿੱਚ ਸ਼ਾਮਿਲ ਸੀ। ਮੈਂ ਜਦ ਅਬੋਰਸ਼ਨ ਕਰਵਾਉਣ ਤੋਂ ਸਾਫ਼ ਮਨਾ ਕਰ ਦਿੱਤਾ ਅਤੇ ਆਪਣੀ ਜਿੱਦ ਤੇ ਅੜ ਗਈ ਤਾਂ ਜਸ਼ਨ ਨੇ ਜ਼ਬਰਦਸਤੀ ਤਲਾਕ ਲੈਣ ਤੋਂ ਬਾਅਦ ਜਾਨਵਰਾਂ ਦੇ ਬਾੜੇ ਵਿੱਚ ਬਣੇ ਇੱਕ ਕਮਰੇ ਵਿੱਚ ਬੰਦ ਕਰਕੇ ਮੇਰੇ ਉੱਪਰ ਤੇਲ ਛਿੜਕ ਕੇ ਅੱਗ ਲਗਾ ਦਿੱਤੀ। ਮੈਂ ਸਾਰੀ ਝੁਲਸ ਗਈ। ਮੇਰੇ ਪੇਟ ਵਿੱਚ ਪਲ ਰਿਹਾ 5 ਮਹੀਨੇ ਦਾ ਬੱਚਾ ਅੰਦਰ ਹੀ ਖਤਮ ਹੋ ਗਿਆ। ਜਸ਼ਨ ਦੇ ਇੱਕ ਦੋਸਤ ਨੇ ਚੋਰੀ ਛਿਪੇ ਮੈਨੂੰ ਉੱਥੋਂ ਕੱਢਿਆ ਤੇ ਹਸਪਤਾਲ ਪਹੁੰਚਾਇਆ। ਮੇਰੀ ਜਾਨ ਤਾਂ ਬਚ ਗਈ, ਪਰ ਮੇਰਾ ਸਾਰਾ ਸਰੀਰ ਝੁਲਸ ਗਿਆ। ਮੈਂ ਜਸ਼ਨ ਤੇ ਕਾਨੂੰਨੀ ਕਾਰਵਾਈ ਕਰਨ ਬਾਰੇ ਸੋਚਿਆ ਤਾਂ ਜਸ਼ਨ ਦੇ ਉਸੇ ਦੋਸਤ ਨੇ ਮੈਨੂੰ ਮਨਾ ਕਰਦੇ ਹੋਏ ਸਮਝਾਇਆ ਕਿ ਇੱਕ ਵਾਰ ਤਾਂ ਤੂੰ ਬਚ ਗਈ, ਪਰ ਜ਼ਿੰਦਗੀ ਹਰ ਵਾਰ ਮੌਕਾ ਨਹੀਂ ਦਿੰਦੀ। ਮਜਬੂਰਨ ਮੈਂ ਚੁੱਪ ਰਹਿ ਗਈ। ਜਸ਼ਨ ਦੇ ਇਸੇ ਦੋਸਤ ਦੇ ਜ਼ਰੀਏ ਮੈਂ ਇੱਕ ਆਸ਼ਰਮ ਵਿੱਚ ਰਹਿਣ ਲੱਗੀ। ਅੱਜ ਮੈਂ ਆਸ਼ਰਮ ਵਿੱਚ ਰਹਿੰਦੀ ਹਾਂ, ਜਿੱਥੇ ਮੈਨੂੰ ਤਕਲੀਫ ਵਿੱਚ ਦੇਖ ਕੇ ਕਿਸੇ ਨੂੰ ਦਰਦ ਮਹਿਸੂਸ ਨਹੀਂ ਹੁੰਦਾ, ਜਿੱਥੇ ਕੋਈ ਪਿਆਰ ਨਾਲ ਆ ਕੇ ਮੇਰੇ ਮੱਥੇ ਨੂੰ ਨਹੀਂ ਚੁੰਮਦਾ, ਜਿੱਥੇ ਕੋਈ ਮੈਨੂੰ ਦੁਨੀਆ ਵਿੱਚ ਵਸਣ ਵਾਲੇ ਇਨਸਾਨੀ ਦਰਿੰਦਿਆਂ ਦੀ ਹਕੀਕਤ ਨਹੀਂ ਦੱਸਦਾ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਬਾਰੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਹੀ ਘੰਟੀ ਨੂੰ ਦਬਾ ਕੇ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਜਾਵੇ। ਮੈਨੂੰ ਦਿਓ ਅਗਲੀ ਵੀਡੀਓ ਤੱਕ ਇਜਾਜ਼ਤ। ਤਦ ਤੱਕ ਲਈ ਧੰਨਵਾਦ।